Hello, my dear students. Welcome to Vidya English classes. I hope ਤੁਹਾਨੂੰ ਵੀਡੀਓਜ਼ ਮੇਰੀਆਂ ਸਮਝ ਆ ਰਹੀਆਂ ਨੇਗੀਆਂ, ਲੈਂਗੁਏਜ ਤੁਹਾਨੂੰ ਸਮਝ ਆ ਰਹੀ ਹੈਗੀ ਤੇ ਕੋਈ ਪ੍ਰੋਬਲਮ ਨਹੀਂ ਆ ਰਹੀ। ਫਿਰ ਵੀ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਆਉਂਦੀ ਹੈ, ਕੋਈ ਵੀ ਤਰ੍ਹਾਂ ਦਾ ਡਾਊਟ ਹੁੰਦਾ ਹੈਗਾ, ਤਾਂ ਤੁਸੀਂ ਬੇਝਿਜਕ ਹੋ ਕੇ ਮੇਰੇ ਤੋਂ ਪੁੱਛ ਸਕਦੇ ਹੋ, ਕਮੈਂਟ ਕਰਕੇ ਪੁੱਛ ਸਕਦੇ ਹੋਗੇ, WhatsApp ਤੇ ਪੁੱਛ ਸਕਦੇ ਹੋ ਤੁਸੀਂ ਮੇਰੇ ਤੋਂ। ਹੁਣ ਅਸੀਂ ਇਸ ਵੀਡੀਓ ਦੇ ਵਿੱਚ ਗੱਲ ਕਰਦੇ ਆਂਗੇ ਕੰਡੀਸ਼ਨਲ ਦੀ। ਕੰਡੀਸ਼ਨਲ ਸੈਂਟੈਂਸਸ ਜਿਹੜੇ ਕਿ ਤਿੰਨ ਤਰ੍ਹਾਂ ਦੇ ਹੁੰਦੇ ਨੇਗੇ। ਸਟੂਡੈਂਟਸ ਦੀ ਡਿਮਾਂਡ ਆਈ ਸੀਗੀ ਕਿ ਸਰ ਕੰਡੀਸ਼ਨਲਸ ਸਾਨੂੰ ਕਨਫਿਊਜ਼ ਕਰ ਰਹੇ ਨੇਗੇ, ਬਟ ਇਹ ਕੰਡੀਸ਼ਨਲ ਬਹੁਤ ਈਜ਼ੀ ਨੇਗੇ। ਮੈਂ ਇਹਨੂੰ ਹੋਰ ਵੀ ਈਜ਼ੀ ਬਣਾਉਣ ਦੇ ਲਈ ਰੂਲਸ ਅਲੱਗ-ਅਲੱਗ ਲਿਖੇ ਹੋਏ ਨੇਗੇ ਤੇ ਸੋਰਸ ਜੋ ਇਹਨਾਂ ਨੋਟਸ ਦਾ ਹੈ, ਪੁਆਇੰਟਸ ਦਾ ਹੈ, ਉਹ ਆਕਸਫੋਰਡ ਪ੍ਰੈਕਟਿਸ ਗ੍ਰਾਮਰ ਬਾਈ ਜੌਨ ਈਸਟਵੁੱਡ ਦੁਆਰਾ ਹੈ। ਸੋ ਉਹਨਾਂ ਦੀ ਬੁੱਕ ਦੇ ਵਿੱਚੋਂ ਇਹ ਨੋਟਸ ਲਏ ਗਏ ਨੇਗੇ। ਸੋ ਜੇ ਤੁਸੀਂ ਹੋਰ ਡਿਟੇਲ ਲੈਣੀ ਹੈ ਤਾਂ ਜੌਨ ਈਸਟਵੁੱਡ ਦੀ ਬੁੱਕ ਆਕਸਫੋਰਡ ਪ੍ਰੈਕਟਿਸ ਗ੍ਰਾਮਰ ਨੂੰ ਸਟੱਡੀ ਕਰ ਸਕਦੇ ਹੋ। ਫਿਰ ਵੀ ਮੈਂ ਉਸ ਬੁੱਕ ਦੇ ਵਿੱਚੋਂ ਜਿੰਨਾ ਈਜ਼ੀ ਵੇ ਦੇ ਨਾਲ ਲਿਖ ਸਕਦਾ ਸੀਗਾ ਜਾਂ ਸਮਝਾ ਸਕਦਾ ਸੀਗਾ, ਤੁਹਾਨੂੰ ਉਸ ਵੇ ਨਾਲ ਸਮਝਾਊਂਗਾ। ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਉਸ ਬੁੱਕ ਨੂੰ ਚੱਕਣ ਦੀ ਲੋੜ ਹੀ ਨਾ ਪਵੇ, ਕਿਉਂਕਿ ਤੁਹਾਨੂੰ ਜੋ ਨੋਟਸ ਤੁਹਾਨੂੰ ਪ੍ਰੋਵਾਈਡ ਕੀਤੇ ਜਾ ਰਹੇ ਨੇ ਇੱਥੇ, ਨੋਟਸ ਦੇ ਨਾਲ ਨਾਲ ਤੁਹਾਡਾ ਇੱਕ ਟੈਸਟ ਵੀ ਹਰ ਵਾਰ ਦੇ ਵਾਂਗ ਇਹਦੇ ਵਿੱਚ ਤੁਹਾਨੂੰ ਮਿਲੇਗਾ। ਸੋ ਆਪਾਂ ਹੁਣ ਟਾਈਮ ਨਾ ਵੇਸਟ ਕਰਦੇ ਹੋਏ ਆਪਾਂ ਅੱਗੇ ਵਧਦੇ ਆਂਗੇ। ਕੰਡੀਸ਼ਨਲ ਟਾਈਪ 1। ਟਾਈਪ 1 ਕੀ ਹੁੰਦੀ ਹੈਗੀ? ਪਹਿਲੀ ਗੱਲ ਤਾਂ ਟਾਈਪ 1 ਜਿਵੇਂ ਤੁਹਾਨੂੰ ਵਿਖ ਰਿਹਾ ਇੱਥੇ ਸਕਰੀਨ ਦੇ ਉੱਪਰ ਕਿ ਟਾਈਪ 1 ਇਫ ਵੀ ਹਰੀ ਵੀ ਵਿਲ ਕੈਚ ਦ ਬਸ। ਸੋ ਇਹ ਇੱਕ ਐਗਜ਼ਾਮਪਲ ਲਿਖੀ ਹੋਈ ਹੈਗੀ, ਇਹਦਾ ਮਤਲਬ ਕੀ ਹੈਗਾ? ਦੇਖੋ ਟਾਈਪ 1 ਦੇ ਵਿੱਚ ਇਫ ਕਲੌਜ਼ ਤੇ ਸਾਹਮਣੇ ਲਿਖਿਆ ਹੋਇਆ ਮੇਨ ਕਲੌਜ਼। ਤਾਂ ਹੁਣ ਇਫ ਕਲੌਜ਼ ਦੇ ਹੇਠਾਂ ਦੇਖੋ ਕੀ ਲਿਖਿਆ ਹੋਇਆ, ਇਫ ਪਲੱਸ ਪ੍ਰੈਜ਼ੈਂਟ ਸਿੰਪਲ। ਸੋ ਇਹ ਜ਼ਰੂਰੀ ਹੈਗਾ। ਹੁਣ ਟਾਈਪ 1 ਦੇ ਵਿੱਚ ਦੋ ਕਲੌਜ਼ਸ ਹੁੰਦੀਆਂ ਨੇ, ਠੀਕ ਹੈ ਜੀ। ਕਲੌਜ਼ ਮਤਲਬ ਇੱਕ ਅਜਿਹਾ ਸੈਂਟੈਂਸ ਜਿਹੜਾ ਆਪਣਾ ਸਬਜੈਕਟ ਹੁੰਦਾ ਹੈਗਾ ਤੇ ਆਪਣੀ ਵਰਬ ਦੀ ਫਾਰਮ ਹੁੰਦੀ ਹੈਗੀ। ਬਸ ਡਿਪੈਂਡ ਕਰਦਾ ਹੁੰਦਾ ਵੀ ਉਹ ਮੇਨ ਹੈ ਜਾਂ ਨਹੀਂ ਹੈ, ਪ੍ਰਿੰਸੀਪਲ ਹੈ ਜਾਂ ਸਬਆਰਡੀਨੇਟ ਹੈਗਾ। ਖੈਰ ਸਾਡੇ ਲਈ ਹਜੇ ਉਹ ਜ਼ਰੂਰੀ ਨਹੀਂ ਹੈਗਾ ਕਿ ਇਹਦੇ ਵਿੱਚੋਂ ਪ੍ਰਿੰਸੀਪਲ ਕਿਹੜਾ ਹੈਗਾ, ਇਹਦੇ ਵਿੱਚ ਸਬਆਰਡੀਨੇਟ ਕਿਹੜਾ ਹੈਗਾ। ਆਪਾਂ ਗੱਲ ਕਰ ਰਹੇ ਹਾਂ ਇੱਥੇ ਪਹਿਲਾਂ ਟਾਈਪ 1 ਦੀ। ਸੋ ਟਾਈਪ 1 ਦੇ ਵਿੱਚ ਇੱਕ ਕਲੌਜ਼ ਉਹ ਹੁੰਦੀ ਹੈ ਜਿਹੜੀ ਕਿ ਇਫ ਨਾਲ ਸਟਾਰਟ ਹੁੰਦੀ ਹੈਗੀ, ਤੇ ਇੱਕ ਕਲੌਜ਼ ਉਹ ਹੁੰਦੀ ਹੈ ਜਿਹਦੇ ਵਿੱਚ ਕਿ ਹੈਲਪਿੰਗ ਵਰਬ, ਜਿਹਨੂੰ ਅਸੀਂ ਮਾਡਲ, ਚਲੋ ਇੱਥੇ ਮਾਡਲ ਕਹਿ ਰਹੇ ਹਾਂ, ਕਿ ਐਗਜ਼ਿਲਰੀ ਜੋ ਯੂਜ਼ ਹੁੰਦੀ ਹੈ ਉਹ ਵਿਲ ਯੂਜ਼ ਹੁੰਦੀ ਹੈਗੀ। ਅੱਗੇ ਆਪਾਂ ਹੋਰ ਵੀ ਥੋੜਾ ਇਹਨੂੰ ਮੋਡੀਫਾਈ ਕਰਾਂਗੇ ਵਿਲ ਤੋਂ ਇਲਾਵਾ। ਪਹਿਲਾਂ ਗੱਲ ਕਰੀਏ ਆਪਾਂ ਸਿੰਪਲ ਦੀ। ਸੋ ਦੋ ਸੈਂਟੈਂਸਸ ਜੁੜੇ ਹੋਏ ਹੁੰਦੇ ਨੇ ਜੋ ਤੁਹਾਨੂੰ ਕਿਹਾ ਜਾਂਦਾ ਕਿ ਇਹਦੇ ਵਿੱਚ ਕੰਡੀਸ਼ਨਲ ਲਗਾਓ। ਕੰਡੀਸ਼ਨਲ ਤਿੰਨ ਤਰ੍ਹਾਂ ਦੇ ਹੁੰਦੇ, ਸਾਨੂੰ ਕਿਵੇਂ ਪਤਾ ਲੱਗੂ ਕਿਹੜਾ ਕੰਡੀਸ਼ਨਲ ਲੱਗੂਗਾ? ਉਹਦੇ ਲਈ ਹੀ ਇੱਥੇ ਲਿਖਿਆ ਹੋਇਆ ਹੈਗਾ ਕਿ ਉਹ ਕਹਿੰਦੇ ਵੀ ਇਫ ਤੋਂ ਬਾਅਦ ਜੇ ਤੁਸੀਂ ਟਾਈਪ 1 ਲਾਉਣੀ ਆ ਕੰਡੀਸ਼ਨਲ ਦੀ, ਤਾਂ ਸ਼ਰਤ ਕੀ ਹੈ ਕਿ ਤੁਸੀਂ ਉੱਥੇ ਪ੍ਰੈਜ਼ੈਂਟ ਸਿੰਪਲ ਵਾਲਾ ਰੂਲ ਯੂਜ਼ ਕਰਨਾ। ਪ੍ਰੈਜ਼ੈਂਟ ਸਿੰਪਲ ਦਾ ਮਤਲਬ ਕੀ ਹੈ? ਜੇ ਸੈਂਟੈਂਸ ਤੁਹਾਡਾ ਪੋਜ਼ਿਟਿਵ ਹੈ ਫਿਰ ਤੁਸੀਂ ਸਿੰਪਲ ਵਰਬ ਦੀ ਫਸਟ ਫਾਰਮ ਜਾਂ ਫਿਰ ਫਸਟ ਫਾਰਮ ਦੇ ਨਾਲ ਕੀ ਲਗਾਓਗੇ? ਐਸ ਜਾਂ ਈਐਸ ਲਗਾਓਗੇ। ਤੇ ਇਹੀ ਜੇ ਤੁਸੀਂ ਨੈਗੇਟਿਵ ਬਣਾ ਰਹੇ ਹੋ ਫਿਰ ਤੁਹਾਨੂੰ ਕੀ ਲਾਉਣਾ ਪੈਂਦਾ ਹੈਗਾ? ਫਿਰ ਤੁਹਾਨੂੰ ਡੂ ਜਾਂ ਡਜ਼ ਡਿਸਾਈਡ ਕਰਨਾ ਪੈਂਦਾ ਵੀ ਡੂ ਜਾਂ ਡਜ਼ ਲਗਾਵਾਂ, ਤੇ ਨਾਲ ਫਿਰ ਪਿੱਛੇ ਕੀ ਲੱਗਦੀ ਹੁੰਦਾ? ਵਰਬ ਦੀ ਫਸਟ ਫਾਰਮ ਲੱਗਦੀ ਹੁੰਦੀ ਹੈ। ਇਹ ਦਾ ਇੱਕ ਜਨਰਲ ਜਿਹਾ ਰੂਲ ਹੈ। ਮੈਂ ਸਿਰਫ ਪ੍ਰੈਜ਼ੈਂਟ ਸਿੰਪਲ ਦੀ ਗੱਲ ਕੀਤੀ ਹੈ, ਮਤਲਬ ਪ੍ਰੈਜ਼ੈਂਟ ਇੰਡੈਫੀਨਿਟ ਦੀ ਗੱਲ ਕੀਤੀ ਹੈ। ਸੋ ਦੋ ਸੈਂਟੈਂਸਸ ਹੁੰਦੇ ਨੇਗੇ। ਮੈਂ ਇਹਦੇ ਉੱਪਰ ਥੋੜਾ ਜ਼ੋਰ ਤਾਂ ਪਾ ਰਿਹਾ ਕਿਉਂਕਿ ਤਿੰਨੋਂ ਕੰਡੀਸ਼ਨਲ ਦੇ ਵਿੱਚ ਥੋੜਾ ਚੇਂਜ ਹੋਏਗਾ, ਬਟ ਕਲੌਜ਼ਸ ਇਹੀ ਰਹਿਣਗੀਆਂ, ਇਫ ਕਲੌਜ਼ ਤੇ ਮੇਨ ਕਲੌਜ਼। ਇਫ ਕਲੌਜ਼ ਦੇ ਵਿੱਚ ਇਫ ਦੇ ਨਾਲ ਤੁਸੀਂ ਪ੍ਰੈਜ਼ੈਂਟ ਸਿੰਪਲ ਲਗਾਉਣਾ ਹੁੰਦਾ ਹੈਗਾ ਇੱਕ ਸੈਂਟੈਂਸ ਦੇ ਵਿੱਚ। ਜਿਵੇਂ ਇਫ ਦੇ ਨਾਲ ਕੀ ਲੱਗ ਗਿਆ? ਇਫ ਯੂ ਵਰਕ ਹਾਰਡ, ਜੇ ਤੁਸੀਂ ਕੰਮ ਹਾਰਡ ਕਰਦੇ ਹੋ, ਸਖਤ ਮਿਹਨਤ ਕਰਦੇ ਹੋ ਜੇ ਤੁਸੀਂ। ਸੋ ਇੱਕ ਕਲੌਜ਼ ਹੋ ਗਈ। ਇਸ ਤੋਂ ਬਾਅਦ ਮੇਨ ਕਲੌਜ਼ ਕੀ ਹੈ? ਯੂ ਵਿਲ ਪਾਸ, ਜੇ ਤੁਸੀਂ ਸਖਤ ਮਿਹਨਤ ਕਰਦੇ ਹੋ ਤੁਸੀਂ ਪਾਸ ਹੋ ਜਾਓਗੇ। ਤੁਸੀਂ ਇਹਦੇ ਵਿੱਚ ਕੀ ਲਗਾਇਆ ਹੋਇਆ? ਵਿਲ ਲਗਾਇਆ ਹੋਇਆ ਹੈਗਾ, ਠੀਕ ਹੈ। ਸੋ ਤੁਹਾਡੇ ਦਿਮਾਗ 'ਚ ਆ ਰਿਹਾ ਉਹ ਸ਼ੈਲ, ਵੀ ਸ਼ੈਲ ਵੀ ਲੱਗ ਸਕਦਾ। ਹਾਂਜੀ ਬਿਲਕੁਲ ਜੀ। ਸੋ ਜੇ ਆਈ ਤੇ ਵੀ ਹੁੰਦਾ ਤੇ ਸ਼ੈਲ ਲਗਾਉਂਦੇ, ਬਟ ਵਿਲ ਜਿਹੜਾ ਹੁੰਦਾ ਹੈਗਾ ਉਹਨੂੰ ਅਸੀਂ ਪ੍ਰੈਫਰ ਜ਼ਿਆਦਾ ਕਰਦੇ ਹੁੰਦੇ ਹੈਗੇ। ਬੋਲਣ ਦੇ ਵਿੱਚ ਵਿਲ ਨੂੰ ਹੀ ਜ਼ਿਆਦਾ ਯੂਜ਼ ਕਰਦੇ, ਪਰ ਜੋ ਲਿਖਣ ਦੀ ਗੱਲ ਕਰਦੇ ਹਾਂ ਤਾਂ ਅਸੀਂ ਆਈ ਤੇ ਵੀ ਵਾਲਾ ਰੂਲ ਵੀ ਅਪਲਾਈ ਕਰਦੇ ਹੁੰਦੇ ਹਾਂ ਤੇ ਕਰਾਂਗੇ ਅਸੀਂ। ਹੁਣ ਮੇਰੀ ਗੱਲ ਸਮਝ ਆ ਗਈ? ਕੰਡੀਸ਼ਨਲ 1 ਦੇ ਵਿੱਚ ਸਿੰਪਲ ਜੀ ਗੱਲ ਕੀ ਹੈ? ਇਫ ਦੇ ਨਾਲ ਤੁਸੀਂ ਪ੍ਰੈਜ਼ੈਂਟ ਸਿੰਪਲ ਲਗਾਉਣਾਗਾ ਜਿਹੜਾ ਕਿ ਜ਼ਰੂਰੀ ਹੈ, ਗੌਰ ਕਰਨੀ ਹੈ। ਇਫ ਤੋਂ ਬਾਅਦ ਤੁਸੀਂ ਵਿਲ ਨਹੀਂ ਲਗਾਉਣਾ। ਜੇ ਤੁਸੀਂ ਇਫ ਤੋਂ ਬਾਅਦ ਵਿਲ ਵਾਲਾ ਰੂਲ ਕਰ ਰਹੇ ਹੋ, ਜਿਵੇਂ ਤੁਸੀਂ ਕਹਿ ਲਓ ਕਿ ਇਫ ਯੂ ਵਿਲ ਵਰਕ ਹਾਰਡ ਯੂ ਵਿਲ ਪਾਸ, ਨਹੀਂ, ਗਲਤ ਹੋ ਜਾਊਗਾ। ਦੇਖਣ ਦੇ ਵਿੱਚ ਚਾਹੇ ਤੁਹਾਨੂੰ ਲੱਗ ਰਿਹਾ ਹੈਗਾ ਕਿ ਇਹ ਤਾਂ ਫਿਊਚਰ ਦੀ ਗੱਲ ਕਰ ਰਿਹਾ, ਪਰ ਹਾਂ ਪਿੱਛੇ ਆਪਾਂ
ਇੱਕ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਆਲਰੇਡੀ ਸਮਝਾ ਚੁੱਕਿਆ ਕਿ ਪ੍ਰੈਜ਼ੈਂਟ ਟੈਂਸ ਕਿਵੇਂ ਫਿਊਚਰ ਦੇ ਵਾਸਤੇ ਯੂਜ਼ ਕੀਤਾ ਹੁੰਦਾ। ਕੱਲਾ ਪ੍ਰੈਜ਼ੈਂਟ ਸਿੰਪਲ ਨਹੀਂ, ਪ੍ਰੈਜ਼ੈਂਟ ਸਿੰਪਲ, ਪ੍ਰੈਜ਼ੈਂਟ ਕੰਟੀਨਿਊਸ, ਪ੍ਰੈਜ਼ੈਂਟ ਪਰਫੈਕਟ, ਤਿੰਨੋਂ ਜਿਹੜੇ ਰੂਲਸ ਨੇਗੇ ਉਹ ਫਿਊਚਰ ਵਾਸਤੇ ਵੀ ਯੂਜ਼ ਹੁੰਦੇ। ਉਹਨਾਂ ਵਿੱਚੋਂ ਇੱਕ ਰੂਲ ਹੁਣ ਫੇਰ ਯੂਜ਼ ਹੋ ਰਿਹਾ ਹੈਗਾ ਪ੍ਰੈਜ਼ੈਂਟ ਸਿੰਪਲ ਵਾਲਾ। ਜੇ ਤੁਸੀਂ ਸਖਤ ਮਿਹਨਤ ਕਰਦੇ ਹੋਗੇ ਤੁਸੀਂ ਪਾਸ ਹੋ ਜਾਓਗੇ। ਫਿਰ ਮੈਂ ਇੱਕ ਗੱਲ ਕੀ ਕਰ ਰਿਹਾ ਜਿਹੜੀ ਗਲਤ ਨਹੀਂ ਕਰਨੀ ਗੀ, ਉਹ ਕਿਹੜੀ ਗੱਲ ਹੈ ਕਿ ਇਫ ਤੋਂ ਬਾਅਦ ਪ੍ਰੈਜ਼ੈਂਟ ਸਿੰਪਲ ਹੀ ਲੱਗੂਗਾ ਤੇ ਜਿਹੜਾ ਨਾਲ ਵਾਲਾ ਸੈਂਟੈਂਸ ਹੈ ਦੂਸਰਾ ਸੈਂਟੈਂਸ ਬਣਿਆ ਮੇਨ ਕਲੌਜ ਨੂੰ ਕਹਿੰਦੇ ਉਹਦੇ ਵਿੱਚ ਵਿਲ ਵਾਲੀ ਫਾਰਮ ਲੱਗੂ। ਗੱਲ ਆ ਗਈ ਸਮਝ ਦੇ ਵਿੱਚ। ਹੁਣ ਵਾਰੀ ਆਉਂਦੀ ਹੈਗੀ ਵੀ verb in the if clause is in the present simple not the future। ਇਹੀ ਗੱਲ ਮੈਂ ਤੁਹਾਨੂੰ ਹੁਣ ਸਮਝਾਈ ਹੈ ਕਿ ਪ੍ਰੈਜ਼ੈਂਟ ਸਿੰਪਲ ਦੇ ਵਿੱਚ ਹੋਣੀ ਚਾਹੀਦੀ, ਫਿਊਚਰ 'ਚ ਨਹੀਂ ਹੋਣੀ ਚਾਹੀਦੀ। ਦਿਖਣ ਦੇ ਵਿੱਚ ਚਾਹੇ ਬੋਲਣ ਦੇ ਵੀ ਸਾਨੂੰ ਲੱਗੂ ਫਿਊਚਰ ਆਊਗਾ, ਨਹੀਂ ਪਰ ਫਿਊਚਰ ਟੈਂਸ ਨਹੀਂ ਲੱਗਦਾ। ਇਫ ਤੋਂ ਬਾਅਦ ਸਿਰਫ ਕੀ ਲੱਗੂਗਾ ਜੀ, ਵੈਰੀ ਗੁੱਡ, ਸਿਰਫ ਤੇ ਸਿਰਫ ਪ੍ਰੈਜ਼ੈਂਟ ਸਿੰਪਲ। ਤੇ ਪ੍ਰੈਜ਼ੈਂਟ ਸਿੰਪਲ ਦਾ ਮਤਲਬ verb ਦੀ ਫਰਸਟ ਫਾਰਮ ਜਾਂ ਫਰਸਟ ਫਾਰਮ ਦੇ ਨਾਲ ਐਸ ਔਰ ਈਐਸ। ਸਬਜੈਕਟ ਜੇ ਸਿੰਗੂਲਰ ਹੈ ਤਾਂ verb ਦੀ ਫਰਸਟ ਫਾਰਮ ਨਾਲ ਐਸ ਔਰ ਈਐਸ ਲੱਗ ਜੂ। ਜੇ ਸਬਜੈਕਟ ਸਾਡਾ ਪਲੂਰਲ ਹੈ ਫਿਰ verb ਦੀ ਫਰਸਟ ਫਾਰਮ ਲੱਗ ਜੂ ਸਿੰਪਲ। ਉਸ ਤੋਂ ਬਾਅਦ ਹੈ we can use will in the if clause when we make a request। ਹੁਣ ਕਦੋਂ ਲਗਾਉਣੇ ਹੁੰਦੇ ਹੈਗੇ ਅਸਲ ਵਿੱਚ ਜਦੋਂ ਅਸੀਂ ਕੋਈ ਰਿਕੁਐਸਟ ਕਰਨੀ ਹੁੰਦੀ ਹੈਗੀ ਉਦੋਂ ਅਸੀਂ if clause ਤੋਂ ਬਾਅਦ will shall ਲਗਾਉਣੇ ਹੁੰਦੇ ਹੈਗੇ। ਜਿਵੇਂ if you will just wait a moment I will find some to help you। ਹੁਣ ਦੇਖੋ ਇਹ ਕੀ ਆ ਗਿਆ, ਇੱਕ ਐਕਸੈਪਸ਼ਨਲ ਰੂਲ ਆ ਗਿਆ। ਵੈਸੇ ਤਾਂ ਹੁਣੇ ਇਹਨਾਂ ਨੇ ਉੱਪਰ ਕੀ ਕਿਹਾ ਸੀ, ਮੈਂ ਵੀ ਤੁਹਾਨੂੰ ਸਮਝਾਇਆ ਸੀਗਾ ਕਿ ਵੀ ਤੁਸੀਂ ਨਹੀਂ ਲਾਉਣਾਗਾ, ਠੀਕ ਹੈ, ਵੀ ਤੁਸੀਂ ਇਫ ਤੋਂ ਬਾਅਦ ਕੀ ਨਹੀਂ ਕਰਨਾਗਾ, ਇਫ ਤੋਂ ਬਾਅਦ ਤੁਸੀਂ ਫਿਊਚਰ ਨਹੀਂ ਲਾਉਣਾ। ਪਰ ਐਕਸੈਪਸ਼ਨਲ ਰੂਲ ਕੀ ਨਿਕਲ ਗਿਆ ਕਿ ਐਕਸੈਪਸ਼ਨਲ ਰੂਲ ਇਹ ਨਿਕਲ ਗਿਆ ਕਿ ਜੇ ਤੁਸੀਂ ਰਿਕੁਐਸਟ ਕਰਦੇ ਹੋ, ਮੇਕ ਅ ਰਿਕੁਐਸਟ, ਜੇ ਕਿਸੇ ਨੂੰ ਗੁਜ਼ਾਰਿਸ਼ ਕਰ ਰਹੇ ਹੋਗੇ ਫਿਰ ਤੁਸੀਂ ਇਫ ਤੋਂ ਬਾਅਦ ਵਿਲ ਸ਼ੈਲ ਲਗਾ ਸਕਦੇ। ਜਿਵੇਂ ਆ ਦੇਖੋ ਇਫ ਯੂ ਵਿਲ ਜਸਟ ਵੇਟ ਅ ਮੋਮੈਂਟ, ਸਮਝ ਗਏ। ਸੋ ਤਾਈਓ ਸਾਰੇ ਰੂਲ ਜਿਹੜੇ ਹੈਗੇ ਨੇਗੇ ਮੈਂ ਤੁਹਾਡੇ ਲਈ ਇੱਥੇ ਲਿਖੇ ਨੇਗੇ। ਉਸ ਤੋਂ ਬਾਅਦ ਕੀ ਹੈ, ਕਹਿੰਦੇ ਅਸੀਂ ਇਫ ਤੋਂ ਬਾਅਦ ਸਿਰਫ ਪ੍ਰੈਜ਼ੈਂਟ ਸਿੰਪਲ ਹੀ ਨਹੀਂ ਯੂਜ਼ ਕਰਦੇਗੇ, ਆਮ ਸੈਂਟੈਂਸ ਦੇ ਵਿੱਚ ਅਸੀਂ ਪ੍ਰੈਜ਼ੈਂਟ ਕੰਟੀਨਿਊਸ ਵੀ ਯੂਜ਼ ਕਰ ਸਕਦੇ ਹਾਂਗੇ। ਜਿਵੇਂ ਵੀ ਆਰ ਐਕਸਪੈਕਟਿੰਗ, ਠੀਕ ਹੈ, ਉਸ ਤੋਂ ਬਾਅਦ ਵਿਲ ਸ਼ੈਲ ਲੱਗੂਗਾ। ਉਸ ਤੋਂ ਬਾਅਦ ਹੈ ਆਪਾਂ ਗੱਲ ਕੀਤੀ ਹੈ ਕਿ ਵਿਲ ਦੀ ਗੱਲ ਹੁੰਦੀ ਹੈ, ਪਰ ਨਹੀਂ, ਇਹ ਸਟਾਰਟਿੰਗ 'ਚ ਆਪਾਂ ਗੱਲ ਕੀਤੀ, ਇੱਥੇ ਮੋਡੀਫਾਈ ਵੀ ਕਰਨਾ ਸਿੱਖਾਂਗੇ ਆਪਾਂ। ਕੀ ਹੈ, ਵਿਲ ਸ਼ੈਲ ਤੋਂ ਬਾਅਦ ਵਿਲ ਦੇ ਨਾਲ ਵਿਲ ਦੀ ਜਗ੍ਹਾ ਦੇ ਉੱਪਰ ਅਸੀਂ ਹੋਰ ਵੀ ਮਾਡਲ ਵਰਬਸ ਯੂਜ਼ ਕਰ ਸਕਦੇ ਹੋ ਸੈਂਟੈਂਸ ਦੇ ਅਕੋਰਡਿੰਗ ਸਾਨੂੰ ਪਤਾ ਲੱਗੂ। ਜਿਵੇਂ ਦੇਖੋ if Henry jogs regularly he might lose weight, might ਲੱਗਿਆ ਹੋਇਆ ਹੈਗਾ, ਆ ਗਈ ਗੱਲ ਸਮਝ ਦੇ ਵਿੱਚ। ਸੋ ਇੱਥੇ ਇਕੱਲਾ will ਨਹੀਂ ਲੱਗਿਆ, ਇੱਥੇ might ਵੀ ਲੱਗ ਗਿਆ। ਸੋ the if clause usually comes first but it can come after the main clause। ਜ਼ਰੂਰੀ ਨਹੀਂ ਹੈਗਾ ਕਿ ਵੀ if clause ਮੂਰੇ ਹੋਏਗੀ main clause ਪਿੱਛੇ ਹੋਏਗੀ, ਅੱਗੇ ਪਿੱਛੇ ਵੀ ਹੋ ਜਾਂਦਾ, ਸ਼ਫਲ ਵੀ ਹੋ ਜਾਂਦੇ ਨੇ। ਅੱਗੇ ਮੇਨ ਕਲੌਜ਼ ਹੋ ਸਕਦੀ ਹੈ, ਪਿੱਛੇ ਇਫ ਕਲੌਜ਼ ਹੋ ਸਕਦੀ ਹੈਗੀ। ਜਿਵੇਂ ਹੁਣ ਦੇਖੋ ਇਫ ਆਈ ਹੇਅਰ ਐਨੀ ਨਿਊਜ਼ ਆਈ ਵਿਲ ਫੋਨ ਯੂ, ਚਾਹੇ ਇਹਨੂੰ ਐਂ ਲਿਖ ਲਓ ਚਾਹੇ ਇਹਨੂੰ ਐਂ ਲਿਖ ਲਓ, I will phone you if I hear any news। ਗੱਲ ਇੱਕੋ ਹੀ ਹੈਗੀ, ਕੋਈ ਡਿਫਰੈਂਸ ਨਹੀਂ ਹੈਗਾ। ਆਪਾਂ ਹੁਣ ਅੱਗੇ ਵਧਦੇ ਹਾਂਗੇ। ਅੱਗੇ ਕੀ ਹੈ ਜੀ, we can use type and conditional in offers and suggestion। ਅਸੀਂ ਪਹਿਲਾਂ ਗੱਲ ਕੀਤੀ ਸੀ ਰਿਕੁਐਸਟ ਦੀ, ਹੁਣ ਆ ਕੀ ਗੱਲ ਵੀ ਆਫਰ ਤੇ ਜੇ ਸੁਜੈਸ਼ਨ ਦੇਣੀ ਹੈਗੀ ਉਦੋਂ ਵੀ ਅਸੀਂ ਇਹੀ ਫਾਰਮ ਯੂਜ਼ ਕਰਦੇ ਹਾਂ। ਜਿਵੇਂ if you need a ticket I can get you one। ਜੇ ਤੁਹਾਨੂੰ ਟਿਕਟ ਦੀ ਲੋੜ ਹੈ ਮੈਂ ਦੇ ਸਕਦਾ ਇੱਕ। ਓਕੇ, ਅਸੀਂ ਜਦੋਂ ਵਾਰਨਿੰਗਸ ਦੇਣੀਆਂ ਨੇਗੀਆਂ ਜਾਂ ਥੋੜਾ ਧਮਕਾਉਣਾ ਗਾ, ਡਰਾਉਣਾ ਗਾ, ਥ੍ਰੈਟ ਦੇਣੀ ਆ, ਉਦੋਂ ਵੀ ਇਹੀ ਫਾਰਮ ਯੂਜ਼ ਹੁੰਦੀ ਹੈਗੀ। ਓਕੇ, ਤੇ ਕਈ ਵਾਰ ਕੀ ਹੁੰਦਾ ਹੈਗਾ, ਕਾਫੀ ਇੰਪੋਰਟੈਂਟ ਰੂਲ ਆ ਜੀ ਇਹ, ਕਈ ਵਾਰ ਦੋਨੋਂ ਪਾਸੇ ਹੀ ਪ੍ਰੈਜ਼ੈਂਟ ਸਿੰਪਲ ਲੱਗ ਜਾਂਦਾ। ਪਿੱਛੇ ਆਪਾਂ ਗੱਲ ਕੀਤੀ ਸੀ, ਪਿੱਛੇ ਕੀ ਗੱਲ ਕੀਤੀ ਸੀਗੀ ਕਿ ਜਦੋਂ ਅਸੀਂ ਰਿਕੁਐਸਟ ਕਰਨੀ ਹੈਗੀ ਉਦੋਂ ਅਸੀਂ ਇਫ ਕਲੌਜ਼ ਤੋਂ ਬਾਅਦ ਵਿਲ ਸ਼ੈਲ ਲਗਾ ਲੈਣੇ ਹੈਗੇ। ਪਰ ਹੁਣ ਕੀ ਗੱਲ ਆ ਗਈ, ਕਹਿੰਦੇ ਦੋਨੋਂ ਪਾਸੇ ਚਾਹੇ ਇਫ ਕਲੌਜ਼ ਆ ਚਾਹੇ ਮੇਨ ਕਲੌਜ਼ ਆ ਤੁਸੀਂ ਪ੍ਰੈਜ਼ੈਂਟ ਸਿੰਪਲ ਲਗਾਉਣੇ ਹੈਗੇ। ਠੀਕ ਹੈ, ਹੁਣ ਦੇਖੋ ਇਫ ਯੂ ਹੀਟ ਵਾਟਰ ਇਟ ਬੋਇਲਸ। ਹੁਣ ਇਹਦਾ ਮਤਲਬ ਕੀ ਹੈ, ਇਹ ਕਦੋਂ ਲੱਗਦੀ ਹੁੰਦੀ ਹੈ, ਸਾਨੂੰ ਕਿਵੇਂ ਪਤਾ ਲੱਗੂ? ਉਹ ਲੱਗਦੀ ਹੁੰਦੀ ਹੈਗੀ ਜਿਹੜਾ ਰੂਲ ਦੇਖੋ ਤੁਹਾਨੂੰ ਹੁਣ ਆ ਮਿਲ ਰਿਹਾ ਹੈਗਾ, ਇਹ ਸਿਰਫ ਉਦੋਂ ਹੁੰਦਾ ਹੈਗਾ ਜਦੋਂ ਇੱਕ ਕੰਮ ਜਦੋਂ ਅਸੀਂ ਸ਼ੁਰੂ ਕਰਦੇ ਆਂਗੇ ਆਟੋਮੈਟਿਕਲੀ ਦੂਸਰਾ ਆਪਣੇ ਆਪ ਸਟਾਰਟ ਹੋ ਜੇ। ਇਫ ਜੇ ਅਸੀਂ ਇੱਕ ਕੰਮ ਕੀਤਾ ਆਟੋਮੈਟਿਕਲੀ ਦੂਸਰਾ ਵੀ ਸਟਾਰਟ ਹੋ ਜੇ। ਜਿਵੇਂ ਅਗਰ ਮੈਂ ਸਵਿਚ ਔਨ ਕੀਤੀ ਤਾਂ ਆਟੋਮੈਟਿਕਲੀ ਕੀ ਹੋ ਜਾਊਗਾ, ਲਾਈਟ ਔਨ ਹੋ ਜਾਊਗੀ। ਅਗਰ ਮੈਂ ਸਵਿਚ ਆਫ ਕੀਤੀ ਤਾਂ ਆਟੋਮੈਟਿਕਲੀ ਲਾਈਟ ਜਿਹੜੀ ਹੈਗੀ ਕਿ ਬੰਦ ਹੋ ਜਾਊਗੀ। ਇੱਕ ਐਕਸ਼ਨ ਕਰਨ ਦੇ ਨਾਲ ਦੀ ਨਾਲ ਦੂਸਰਾ ਹੋ ਜੇ, ਉਦੋਂ ਅਸੀਂ ਪ੍ਰੈਜ਼ੈਂਟ ਸਿੰਪਲ ਲਗਾਉਣੇ ਹੁੰਦੇ ਆ। ਜਿਵੇਂ ਇਫ ਯੂ ਹੀਟ ਵਾਟਰ, ਜੇ ਪਾਣੀ ਨੂੰ ਤੁਸੀਂ ਗਰਮ ਕਰੋਗੇ ਇਟ ਬੋਇਲ, ਉਬਲਣ ਲੱਗ ਜਾਊ, ਆਬਵੀਅਸ ਜੀ ਗੱਲ ਹੈਗੀ। ਸੋ ਇਹ ਸੀ ਟਾਈਪ 1 ਨਾਲ ਰਿਲੇਟਡ ਟੈਂਸਸ। ਹੁਣ ਆਪਾਂ ਟਾਈਪ 2 ਦੀ ਗੱਲ ਕਰਦੇ। ਟਾਈਪ 2 ਕੀ ਹੁੰਦੀ ਹੈਗੀ, ਹੁਣ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ,
ਕਿਉਂਕਿ ਅਸੀਂ ਕਲੌਜ਼ਸ ਸਮਝ ਚੁੱਕੇ ਹਾਂ। ਟਾਈਪ 2 ਦੇ ਵਿੱਚ ਕੀ ਹੈਗਾ, ਪਾਸਟ ਸਿੰਪਲ ਲੱਗਦਾ ਹੈਗਾ, ਪਾਸਟ ਸਿੰਪਲ। ਟਾਈਪ 1 ਦੇ ਵਿੱਚ ਕੀ ਸੀ, ਪ੍ਰੈਜ਼ੈਂਟ ਸਿੰਪਲ ਸੀਗਾ। ਇੱਧਰ ਕੀ ਹੈ, ਪਾਸਟ ਸਿੰਪਲ ਹੈਗਾ। ਮੇਨ ਕਲੌਜ਼ ਦੇ ਵਿੱਚ ਟਾਈਪ 1 ਦੇ ਵਿੱਚ ਕੀ ਸੀ, ਵਿਲ ਸੀਗਾ, ਇੱਥੇ ਕੀ ਆ, ਵਿਲ ਦਾ ਪਾਸਟ ਵੁੱਡ ਆ ਗਿਆ। ਇੰਨੀ ਕੁ ਗੱਲ ਆ ਗਈ। ਹੁਣ ਇੱਥੇ ਗੱਲ ਨੋਟ ਕਰਨ ਵਾਲੀ ਹੈ, ਵੈਸੇ ਤਾਂ ਇਫ ਕਲੌਜ਼ ਤੋਂ ਬਾਅਦ ਅਸੀਂ ਪਾਸਟ ਸਿੰਪਲ ਲਗਾਉਣੇ ਹੁੰਦੇ ਆਗੇ, ਮਤਲਬ ਵਰਬ ਦੀ ਸੈਕਿੰਡ ਫਾਰਮ ਲੱਗਦੀ ਹੁੰਦੀ ਹੈ। ਪਾਸਟ ਸਿੰਪਲ ਮਤਲਬ ਵਰਬ ਦੀ ਸੈਕਿੰਡ ਫਾਰਮ, ਤੇ ਜੇ ਨੈਗੇਟਿਵ ਹੋਵੇ ਫਿਰ ਅਸੀਂ ਕੀ ਕਰਦੇ ਹੁੰਦੇ ਆਗੇ, ਡਿਡ ਲਗਾਉਣੇ ਹੁੰਦੇ ਆਗੇ। ਜਾਂ ਇੰਟੈਰੋਗੇਟਿਵ ਬਣਾਉਣਾ ਹੋਵੇ, ਹੈਲਪਿੰਗ ਵਰਬ ਲਾਉਣੀ ਹੋਵੇ ਤਾਂ ਅਸੀਂ ਡਿਡ ਲਗਾਉਣੇ ਹੁੰਦੇ ਆ, ਠੀਕ ਹੈ। ਸੋ ਵੈਸੇ ਤਾਂ ਆਪਾਂ ਹੁਣੇ ਗੱਲ ਕੀਤੀ ਹੋਈ ਹੈਗੀ ਕਿ ਵੀ ਇਫ ਤੋਂ ਬਾਅਦ ਪਾਸ ਸਿੰਪਲੀ ਲੱਗਦਾ ਹੈਗਾ, ਪਰ ਜਿਵੇਂ ਅਸੀਂ ਟਾਈਪ 1 ਦੇ ਵਿੱਚ ਕੀਤੀ ਸੀ, ਜਦੋਂ ਅਸੀਂ ਰਿਕੁਐਸਟ ਕਰਨੀ ਹੁੰਦੀ ਹੈਗੀ ਉਦੋਂ ਇਫ ਤੋਂ ਬਾਅਦ ਅਸੀਂ ਕੀ ਲਗਾਉਂਦੇ ਸੀਗੇ, ਰਿਕੁਐਸਟ ਕਰਨੀ ਤਾਂ ਇਫ ਤੋਂ ਬਾਅਦ ਵੀ ਅਸੀਂ ਵਿਲ ਸ਼ੈਲ ਲਗਾ ਸਕਦੇ, ਉਵੇਂ ਇਹਦੇ ਵਿੱਚ ਹੈਗਾ। ਕਹਿੰਦੇ ਜੇ ਅਸੀਂ ਰਿਕੁਐਸਟ ਕਰਦੇ ਆਂਗੇ, ਵੀ ਮੇਕ ਆ ਰਿਕੁਐਸਟ, ਜੇ ਅਸੀਂ ਕੋਈ ਗੁਜ਼ਾਰਿਸ਼ ਕਰਦੇ ਹਾਂ, ਰਿਕੁਐਸਟ ਕਰਦੇ ਹਾਂ ਕਿਸੇ ਨੂੰ, ਤਾਂ ਅਸੀਂ ਦੋਨਾਂ ਪਾਸੇ ਤਾਂ ਅਸੀਂ ਇੱਕ ਪਾਸੇ ਇਫ ਤੋਂ ਬਾਅਦ ਵੁੱਡ ਵੀ ਲਗਾ ਸਕਦੇ ਆਂਗੇ। ਸੋ ਇੱਥੇ ਵੁੱਡ ਨੂੰ ਸ਼ਾਰਟ ਫਾਰਮ ਦੇ ਵਿੱਚ ਕਿਵੇਂ ਲਿਖਿਆ ਹੋਇਆ ਹੈਗਾ, ਆਪਾਂ ਹੁਣੇ ਸ਼ਾਰਟ ਫਾਰਮਸ, ਇੱਕ ਹੋਰ ਵੀਡੀਓ ਸ਼ੇਅਰ ਹੋ ਰਹੀ ਹੈਗੀ, ਦੇਖੋ YouTube ਦੇਖੋ, ਉਹ 'ਚ ਸ਼ਾਰਟ ਫਾਰਮਸ ਲਿਖੀਆਂ ਹੋਈਆਂ, ਤੁਹਾਨੂੰ ਡਿਟੇਲ ਦੇ ਵਿੱਚ ਪਤਾ ਲੱਗ ਜੂਗਾ ਕਿ ਸ਼ਾਰਟ ਫਾਰਮਸ ਕਿਵੇਂ ਲਿਖਣੀਆਂ ਨੇ, ਚਾਹੇ ਉਹ ਵਰਬ ਹੈਲਪਿੰਗ ਵਰਬਸ ਦੀਆਂ ਨੇਗੀਆਂ, ਚਾਹੇ ਉਹ ਮਾਡਲਸ ਦੀਆਂ ਨੇਗੀਆਂ, ਚਾਹੇ ਉਹ ਨੋਟ ਹੈ, ਜਾਂ ਹੋਰ ਬਹੁਤ ਸਾਰੇ ਵਰਡਸ ਨੇਗੇ ਜਿਨ੍ਹਾਂ ਨੂੰ ਸ਼ਾਰਟ ਦੇ ਵਿੱਚ ਲਿਖਣਾ ਸਿਖਾਇਆ ਹੋਇਆ ਹੈਗਾ। ਤੁਹਾਨੂੰ ਜੇ ਥੋੜਾ ਕੋਈ ਡਾਊਟ ਹੈ ਤਾਂ ਤੁਸੀਂ ਉਹ ਵੀਡੀਓ ਨੂੰ ਵੇਖ ਸਕਦੇ ਹੋਗੇ। ਤੇ ਵੀ ਮੇਕ ਅ ਰਿਕੁਐਸਟ, ਜਦੋਂ ਅਸੀਂ ਰਿਕੁਐਸਟ ਕਰਨੀ ਹੁੰਦੀ ਹੈਗੀ ਉਦੋਂ ਇਫ ਤੋਂ ਬਾਅਦ ਅਸੀਂ ਪਾਸ ਸਿੰਪਲ ਲਾਉਣ ਦੀ ਬਜਾਏ ਵੁੱਡ ਲਗਾ ਸਕਦੇ ਹਾਂਗੇ। ਇਫ ਯੂ ਵੁੱਡ ਲਾਈਕ ਟੂ ਕਮ ਦਿਸ ਵੇ ਦ ਡਾਕਟਰ ਵਿਲ ਸੀ ਯੂ, ਦ ਡਾਕਟਰ ਸਾਨੂੰ ਮਿਲ ਜੂਗਾ, ਇੱਧਰ ਅਸੀਂ ਵੀ ਲਗਾਤਾ। ਬਟ ਇਹ ਜਿਹੜਾ ਹੈ, ਇਹ ਚੀਜ਼ ਹੈਗੀ ਐਕਸੈਪਸ਼ਨਲ ਹੈਗੀ, ਹਰ ਵਾਰ ਨਹੀਂ ਯੂਜ਼ ਹੁੰਦੀ, ਐਕਸੈਪਸ਼ਨਲ ਹੈਗੀ ਇਹ। ਉਸ ਤੋਂ ਬਾਅਦ ਹੈ ਅਸੀਂ ਪਾਸਟ ਸਿੰਪਲ ਵੀ ਯੂਜ਼ ਕਰਦੇ ਹਾਂ, ਮਤਲਬ ਕਿ ਅਸੀਂ ਪਾਸਟ ਸਿੰਪਲ ਦੇ ਨਾਲ ਨਾਲ ਅਸੀਂ ਪਾਸਟ ਕੰਟੀਨਿਊਸ ਵੀ ਯੂਜ਼ ਕਰ ਸਕਦੇ ਹਾਂਗੇ। ਇਹ ਕਾਮਨ ਜੀ ਗੱਲ ਹੈ। ਇਫ ਰੈਚਲ ਵਾਸ ਪਲੇਇੰਗ ਹਰ ਸਟੀਰੀਓ ਇਟ ਵੁਡਨਟ ਬੀ ਸੋ ਕੁਆਇਟ ਇਨ ਹੇਅਰ, ਸੋ ਇੱਥੇ ਵਾਸ ਪਲੇਇੰਗ ਲੱਗ ਗਿਆ। ਉਸ ਤੋਂ ਬਾਅਦ ਜਿਹੜੀ ਟਾਈਪ 2 ਜਿਹੜੀ ਇਫ ਕਲੌਜ਼ ਹੈਗੀ, ਉਹਦੇ ਵਿੱਚ ਕਈ ਵਾਰ ਨਾ ਅਸੀਂ ਵਰ ਵੀ ਯੂਜ਼ ਕਰਦੇ ਹੁੰਦੇ ਵਾਸ ਦੀ ਜਗ੍ਹਾ ਦੇ ਉੱਪਰ। ਅਕਸਰ ਹੀ ਛੋਟੇ ਹੁੰਦੇ ਕੈਸੇ ਕਰਦੇ ਹੁੰਦੇ, ਇਫ ਆਈ ਵਰ ਦ ਡੈਪੂਟੀ ਕਮਿਸ਼ਨਰ, ਇਹਦਾ ਮਤਲਬ ਹੁੰਦਾ ਕਾਸ਼ ਮੈਂ ਡਿਪਟੀ ਕਮਿਸ਼ਨਰ ਹੁੰਦਾ, ਮੈਂ ਡਿਪਟੀ ਕਮਿਸ਼ਨਰ ਹੁੰਦਾ, ਡੀਸੀ ਹੁੰਦਾ ਮੈਂ। ਤਾਂ ਹੁਣ ਉਵੇਂ ਹੀ ਕਹਿੰਦੇ ਅਸੀਂ ਵਾਸ ਦੀ ਜਗ੍ਹਾ ਦੇ ਉੱਪਰ ਵਰ ਵੀ ਯੂਜ਼ ਕਰ ਸਕਦੇ ਹਾਂਗੇ, ਸਪੈਸ਼ਲੀ ਇਨ ਦਾ ਕਲੌਜ਼ਸ, ਜਿਵੇਂ ਇਫ ਆਈ ਵਰ ਯੂ, ਜੇ ਮੈਂ ਤੇਰੀ ਜਗ੍ਹਾ ਹੁੰਦਾ, ਜਾਂ ਮੈਂ ਜੇ ਤੂੰ ਹੁੰਦਾ। ਇਫ ਰੈਚਲ ਵਰ ਪਲੇਇੰਗ ਹਰ ਸਟੀਰੀਓ ਇਟ ਵੁਡਨਟ ਬੀ ਸੋ ਕੁਆਇਟ ਇਨ ਹੇਅਰ, ਠੀਕ ਹੈ, ਇੱਥੇ ਵਰ ਲੱਗ ਗਿਆ। ਵੈਸੇ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਅਵੋਇਡ ਕਰੋ, ਬਟ ਹਾਂ ਰੂਲ ਦੱਸਣ ਦਾ ਮਕਸਦ ਸਿਰਫ ਇਹ ਹੈ ਤਾਂ ਕਿ ਜੇ ਤੁਸੀਂ ਕਿਤੇ ਪੜ੍ਹਦੇ ਹੋਗੇ ਜਾਂ ਤੁਸੀਂ ਕਿਸੇ ਨੂੰ ਸਮਝਾਉਣੇ ਹੋ, ਵੀ ਐਟਲੀਸਟ ਤੁਸੀਂ ਦੱਸ ਸਕੋ ਵੀ ਇਹ ਵਰ ਵੀ ਲੱਗ ਸਕਦਾ ਹੈਗਾ। ਤਾਂ ਇਹ ਮੈਂ ਐਟਲੀਸਟ ਕੋਸ਼ਿਸ਼ ਕੀਤੀ ਹੈ ਕਿ ਸਾਰੇ ਦੇ ਸਾਰੇ ਰੂਲਸ ਵੀ ਵੱਧ ਤੋਂ ਵੱਧ ਜਿਹੜੇ ਰੂਲਸ ਨੇਗੇ ਜਿਹੜੇ ਕਿ ਕੰਡੀਸ਼ਨਲਸ ਦੇ ਨਾਲ ਰਿਲੇਟਡ ਨੇਗੇ, ਤੁਹਾਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕਰਾਂ। ਤੇ ਉਮੀਦ ਹੈਗੀ ਤੁਹਾਨੂੰ ਹੁਣ ਸਮਝ ਵੀ ਆ ਰਹੀ ਹੋਣੀ ਹੈਗੀ। ਜੇ ਨਹੀਂ ਸਮਝ ਆ ਰਹੀ, ਰਿਪੀਟ ਦੇ ਉੱਪਰ ਤੁਸੀਂ ਇਸੇ ਵੀਡੀਓ ਨੂੰ ਲਗਾਤਾਰ ਵੇਖਦੇ ਰਹਿਣਾਗਾ, ਤਾਂ ਕਿ ਜਿਹੜੇ ਤੁਹਾਡੇ ਪ੍ਰੋਬਲਮਸ ਨੇ ਉਹਨਾਂ ਦਾ ਸੋਲੂਸ਼ਨ, ਆਪਣੇ ਡਾਊਟਸ ਦਾ ਜਿਹੜਾ ਸੋਲੂਸ਼ਨ ਆਪਣੇ ਆਪ ਮਿਲਦੇ। ਪਰ ਫਿਰ ਵੀ ਜੇ ਤੁਹਾਨੂੰ ਕੋਈ ਡਾਊਟ ਹੈਗਾ, ਬੇਝਿਜਕ ਹੋ ਕੇ, ਵਿਦਆਊਟ ਐਨੀ ਹੈਜ਼ਿਟੇਸ਼ਨ, ਯੂ ਆਰ ਫ੍ਰੀ ਐਵਰੀ ਟਾਈਮ ਟੂ ਆਸਕ ਮੀ ਐਨੀ ਕੁਐਸਚਨ, ਕਦੋਂ ਮਰਜ਼ੀ ਮੈਨੂੰ ਕੋਈ ਸਵਾਲ ਕਰੋ। ਉਸ ਤੋਂ ਬਾਅਦ ਕੀ ਹੈ, ਆਪਾਂ ਨਵਾਂ ਨੈਕਸਟ ਪੁਆਇੰਟ ਕਰਦੇ ਹਾਂ, ਦਾ ਮੇਨ ਕਲੌਜ਼ ਆਫਨ ਹੈਜ਼ ਵੁੱਡ। ਵੈਸੇ ਤਾਂ ਮੇਨ ਕਲੌਜ਼ ਦੇ ਵਿੱਚ ਵੁੱਡ ਹੁੰਦਾ, ਪਰ ਇਹਦੀ ਜਗ੍ਹਾ ਦੇ ਉੱਪਰ ਅਸੀਂ ਕੁੱਡ ਜਾਂ ਮਾਈਟ ਜਾਂ ਕੁਝ ਹੋਰ ਵੀ ਲਗਾ ਸਕਦੇ ਹਾਂਗੇ। ਕੁੱਡ, ਮਾਈਟ, ਵੁੱਡ, ਦੇਖੋ ਵੁੱਡ, ਸ਼ੁੱਡ, ਕੁੱਡ, ਮਾਈਟ, ਇਹ ਚੀਜ਼ਾਂ ਅਸੀਂ ਲਗਾ ਸਕਦੇ ਹਾਂ। ਜਿਵੇਂ ਇਫ ਯੂ ਹੈਡ ਅ ਕੈਲਕੂਲੇਟਰ ਯੂ ਕੁੱਡ, ਇੱਥੇ ਹੁਣ ਹੈਡ ਕੀ ਹੈਗਾ, ਹੈਡ ਇੱਥੇ ਵਰਬ ਦੀ ਸੈਕਿੰਡ ਫਾਰਮ ਹੈਗੀ, ਇੱਥੇ ਪਾਸਟ ਵਿੱਚ ਹੈਗੀ, ਮਤਲਬ ਕਿ ਇਹ ਪਾਸਟ ਸਿੰਪਲ ਹੀ ਹੈਗਾ। ਹੁਣ ਇਹ ਨਾ ਸਮਝੋ ਵੀ ਹੈਡ ਇਹ ਤਾਂ ਪਰਫੈਕਟ ਲੱਗਿਆ ਪਿਆ ਹੈਗਾ, ਵੈਸਾ ਲੱਗ ਸਕਦਾ ਪਰ ਨਹੀਂ, ਪਾਸਟ ਸਿੰਪਲ ਹੀ ਹੈਗਾ ਇਹ, ਕਿਉਂਕਿ ਹੈਡ ਹੈਗਾ, ਹੈਡ ਤੋਂ ਬਾਅਦ ਵਰਬ ਦੀ ਥਰਡ ਫਾਰਮ ਨਹੀਂ ਹੈਗੀ ਇਹ, ਸਮਝ ਗਏ। ਸੋ ਅਸੀਂ ਵੁੱਡ ਦੀ ਜਗ੍ਹਾ ਦੇ ਉੱਪਰ, ਮੇਨ ਕਲੌਜ਼ ਦੇ ਵਿੱਚ ਵੁੱਡ ਦੀ ਜਗ੍ਹਾ ਦੇ ਉੱਪਰ ਅਸੀਂ ਕੁੱਡ ਵੀ ਯੂਜ਼ ਕਰ ਸਕਦੇ ਹਾਂਗੇ। ਸੋ ਇਹ ਸੀ ਸਾਡੀ ਕੰਡੀਸ਼ਨਲ 2। ਹੁਣ ਆਪਾਂ ਕੀ ਕਰਦੇ ਹਾਂ, ਕੰਡੀਸ਼ਨਲ 1 ਤੇ 2 ਨੂੰ ਕੰਪੇਅਰ ਕਰਦੇ ਹਾਂ, ਜਿਹੜਾ ਕਿ ਜ਼ਰੂਰੀ ਹੈ ਸਾਡੇ ਲਈ। ਹੁਣ ਟਾਈਪ 1 ਤੇ ਟਾਈਪ 2 ਨੂੰ ਕੰਪੇਅਰ ਕਰੀਏ, ਦ ਪ੍ਰੈਜ਼ੈਂਟ ਟੈਂਸ ਰੈਫਰਸ ਟੂ ਅ ਪੋਸੀਬਲ ਫਿਊਚਰ ਐਕਸ਼ਨ। ਹੁਣ ਜਦੋਂ ਆਪਾਂ ਪ੍ਰੈਜ਼ੈਂਟ ਟੈਂਸ ਯੂਜ਼ ਕਰਦੇ ਹਾਂ, ਮਤਲਬ ਕਿ ਟਾਈਪ 1 ਯੂਜ਼ ਕਰਦੇ ਹਾਂ, ਉਹ ਅਕਸਰ ਹੀ ਨਾ ਫਿਊਚਰ ਵਾਸਤੇ ਹੁੰਦੀ ਹੈਗੀ, ਜੇ ਤੁਸੀਂ ਮਿਹਨਤ ਕਰੋਗੇ ਤਾਂ ਪਾਸ ਹੋ ਜਾਓਗੇ, ਫਿਊਚਰ ਵਾਸਤੇ ਹੁੰਦੀ ਆ। ਪਰ ਸਾਨੂੰ ਨਹੀਂ ਪਤਾ ਵੀ ਉਹ ਚੀਜ਼ ਹੋਊਗੀ ਜਾਂ ਨਹੀਂ ਹੋਊਗੀ, ਹੋ ਵੀ ਸਕਦਾ ਹੋ ਵੀ ਜਾਵੇ ਤੇ ਨਹੀਂ ਵੀ ਹੋ ਸਕਦਾ ਹੋ ਜਾਏ। ਪਰ ਜਿਹੜਾ ਪਾਸਟ ਹੁੰਦਾ ਹੈਗਾ, ਪਾਸਟ ਟੈਂਸ ਮਤਲਬ ਜਿਹੜਾ ਟਾਈਪ 2 ਹੁੰਦੀ ਹੈਗੀ, ਉਹ ਅਜਿਹੀ ਚੀਜ਼ ਵਾਸਤੇ ਹੁੰਦੀ ਹੈਗੀ
ਜਿਹੜੀ ਕਿ ਵੈਸੇ ਤਾਂ ਹੋ ਚੁੱਕੀ ਹੈਗੀ ਬਟ ਸਮਥਿੰਗ ਅਨਰੀਅਲ, ਉਹ ਅਨਰੀਅਲ ਹੀ ਹੁੰਦੀ ਹੈਗੀ। ਜਿਵੇਂ ਇਫ ਯੂ ਟੁੱਕ ਦਾ ਕਾਰ, ਜੇ ਤੁਸੀਂ ਕਾਰ ਲਈ ਹੁੰਦੀ ਨਾ, ਯੂ ਵੁੱਡ ਹੈਵ ਟੂ ਪੇ ਫॉर ਪਾਰਕਿੰਗ, ਦਾ ਪਾਰਕਿੰਗ ਪੇ ਕਰਨੀ ਹੋਣੀ ਸੀਗੀ, ਮਤਲਬ ਇਹ ਅਨਰੀਅਲ ਹੋ ਗਿਆ। ਅਨਰੀਅਲ ਦਾ ਮਤਲਬ ਕਿ ਉਹ ਕੰਮ ਅਸੀਂ ਕੀਤਾ ਨਹੀਂਗਾ ਜਾਂ ਅਸੀਂ ਵੀ ਕਰਨਾ ਨਹੀਂ ਚਾਹਿਆ ਹੈਗਾ। ਸੋ ਇਹ ਦੋਨਾਂ ਦੇ ਵਿੱਚ ਫਰਕ ਹੈਗਾ। Here, both sentences refer to the possible future action, but in type 2 conditional, the action is less probable. But type 2 ਜਿਹੜੀ ਹੁੰਦੀ ਆ ਉਹਦੇ ਵਿੱਚ ਕੰਮ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਆ। ਮੀਨਸ ਇਹ ਸਮਝੋ ਕਿ ਅਨਰੀਅਲ ਹੀ ਹੁੰਦੀ ਹੈਗੀ। ਟਾਈਪ 1 ਨੂੰ ਯੂਜ਼ ਕਰਦੇ ਆ ਜੋ, ਉਹਦਾ ਮਤਲਬ ਫਿਊਚਰ ਵਿੱਚ ਹੋ ਵੀ ਸਕਦਾ ਤੇ ਨਹੀਂ ਵੀ ਸਕਦਾ, 50-50 ਹੁੰਦਾ। ਪਰ ਜੇ ਆਪਾਂ ਟਾਈਪ 2 ਯੂਜ਼ ਕਰ ਰਹੇ ਆ ਇਹਦਾ ਮਤਲਬ ਕਿ ਪਾਸਟ ਵਿੱਚ ਜੋ ਐਕਸ਼ਨ ਕੀਤਾ ਹੈਗਾ ਉਹਦੇ ਹੋਣ ਦੀ ਸੰਭਾਵਨਾ ਨਾ ਦੇ ਬਰਾਬਰ ਹੀ ਸੀਗੀ। ਓਕੇ, ਉਸ ਤੋਂ ਬਾਅਦ ਹੈ ਟਾਈਪ 2 ਅਸੀਂ ਯੂਜ਼ ਕਰਦੇ ਆਂਗੇ ਟਾਈਪ 1 ਦੇ ਵਾਂਗ ਆਫਰ ਤੇ ਸੁਜੈਸ਼ਨ ਵਾਸਤੇ। ਜਦੋਂ ਅਸੀਂ ਸੁਜੈਸ਼ਨ ਦੇਣੀ ਹੈਗੀ ਜਾਂ ਆਫਰ ਕਰਨੀ ਹੈ, ਜਿਵੇਂ ਇਫ ਯੂ ਨੀਡਡ ਅ ਟਿਕਟ, ਜੇ ਤੁਹਾਨੂੰ ਟਿਕਟ ਦੀ ਲੋੜ ਹੈਗੀ ਮੈਂ ਤੇਰੇ ਲਈ ਲੈ ਕੇ ਆ ਸਕਦਾ। ਪਰ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ, ਟਾਈਪ 2 ਇਜ਼ ਲੈਸ ਡਾਇਰੈਕਟ ਦੈਨ ਟਾਈਪ 1। ਟਾਈਪ 2 ਨਾ ਘੱਟ ਡਾਇਰੈਕਟ ਹੈਗਾ ਟਾਈਪ 1 ਦੇ ਨਾਲ, ਮਤਲਬ ਕਿ ਸਿੱਧੀ ਸਿੱਧੀ ਗੱਲ ਨਹੀਂ ਕਹੀ ਹੁੰਦੀਗੀ। ਤੇ ਇਹਦੇ ਲਈ ਤੁਹਾਨੂੰ ਮੈਂ ਜਿਵੇਂ ਤੁਹਾਨੂੰ ਰੈਫਰੈਂਸ ਦਿੱਤਾ ਸੀਗਾ ਕਿ ਇਹ ਜੋ ਨੋਟਸ ਨੇਗੇ ਇਹ ਆਕਸਫੋਰਡ ਪ੍ਰੈਕਟਿਸ ਗ੍ਰਾਮਰ ਹੈ, ਉਹਦੇ ਵਿੱਚ 144th ਐਕਸਰਸਾਈਜ਼ ਆ, ਤੁਸੀਂ ਉਹਨੂੰ ਵੇਖ ਸਕਦੇ ਹੋਗੇ ਹੋਰ ਡਿਟੇਲ ਵਾਸਤੇ। ਤੇ ਟਾਈਪ 2 ਦੇ ਵਿੱਚ ਜਿਹੜਾ ਸਪੀਕਰ ਹੁੰਦਾ ਹੈਗਾ ਉਹ ਸ਼ਿਓਰ ਨਹੀਂ ਹੁੰਦਾ ਹੈਗਾ ਕਿ ਉਹ ਵਾਕਈ ਉਹ ਚੀਜ਼ ਕਰ ਸਕੇਗਾ ਜਾਂ ਨਹੀਂ ਕਰ ਸਕੇਗਾ, ਚੀਜ਼ਾਂ ਕਰ ਸਕੇਗਾ ਜਾਂ ਨਹੀਂ ਕਰ ਸਕੇਗਾ, ਤੇ ਚਾਂਸ ਜਿਹੜੇ ਹੁੰਦੇ ਨੇਗੇ ਉੱਥੇ ਨਾ ਦੇ ਬਰਾਬਰ ਹੀ ਹੁੰਦੇ ਨੇ। ਸੋ ਇਹ ਸੀਗੀਆਂ ਦੋ ਟਾਈਪਸ। ਹੁਣ ਆਪਾਂ ਗੱਲ ਕਰਦੇ ਹਾਂ ਟਾਈਪ 3 ਦੀ। ਜਦੋਂ ਆਪਾਂ ਦੋਨੋਂ ਟਾਈਪ ਸਮਝ ਲਿਆ, ਟਾਈਪ 3 ਸਮਝਣੀ ਬਿਲਕੁਲ ਈਜ਼ੀ ਹੈਗੀ। ਕੀ ਹੁੰਦੀ ਹੈ ਇਹਦੇ ਵਿੱਚ, ਅਸੀਂ ਇਫ ਤੋਂ ਬਾਅਦ ਕੀ ਲਾਉਣੇ ਹੁੰਦੇ ਹੈਗੇ, ਪਾਸਟ ਪਰਫੈਕਟ ਲਗਾਉਣੇ ਨੇ। ਪਾਸਟ ਪਰਫੈਕਟ ਦਾ ਮਤਲਬ ਕੀ ਹੁੰਦਾ ਹੈਗਾ, ਪਾਸਟ ਪਰਫੈਕਟ ਮਤਲਬ ਹੈਡ ਦੇ ਨਾਲ ਕੀ ਲੱਗਦਾ ਹੁੰਦਾ ਹੈਗਾ, ਹੈਡ ਦੇ ਨਾਲ ਲੱਗਦਾ ਹੁੰਦਾ ਹੈਗਾ ਵਰਬ ਦੀ ਥਰਡ ਫਾਰਮ। ਠੀਕ ਹੈ, ਹੈਡ ਤੋਂ ਬਾਅਦ ਲੱਗਦਾ ਹੁੰਦਾ ਵਰਬ ਦੀ ਥਰਡ ਫਾਰਮ ਲੱਗਦੀ ਹੁੰਦੀ ਹੈਗੀ। ਤੇ ਉਸ ਤੋਂ ਬਾਅਦ ਕੀ ਲੱਗਦਾ ਵੁੱਡ ਹੈਵ। ਵੁੱਡ ਹੈਵ ਤੋਂ ਬਾਅਦ ਕੀ ਲੱਗੂਗਾ, ਪਾਸਟ ਪਾਰਟੀਸਿਪਲ। ਹੁਣ ਪਾਸਟ ਪਾਰਟੀਸਿਪਲ ਦਾ ਮਤਲਬ ਕੀ ਹੁੰਦਾ ਹੈਗਾ, ਪਾਸਟ ਪਾਰਟੀਸਿਪਲ ਦਾ ਮਤਲਬ ਹੁੰਦਾ ਵਰਬ ਦੀ ਥਰਡ ਫਾਰਮ। ਇਹ ਚੀਜ਼ ਜ਼ਰਾ ਜ਼ਰੂਰ ਰੱਖਣੀ ਹੈ। ਵੁੱਡ ਹੈਵ ਤੋਂ ਬਾਅਦ ਵਰਬ ਦੀ ਥਰਡ ਫਾਰਮ ਲੱਗਦੀ ਹੈ। ਜਿਵੇਂ ਇਫ ਯੂ ਹੈਡ ਗੋਨ ਅਰਲੀ, ਜੇ ਥੋੜਾ ਜਲਦੀ ਗਿਆ ਹੁੰਦਾ, ਯੂ ਵੁੱਡ ਹੈਵ ਰੀਚਡ ਔਨ ਟਾਈਮ, ਤਾਂ ਤੂੰ ਸਮੇਂ ਦੇ ਉੱਪਰ ਪਹੁੰਚ ਜਾਣਾ ਸੀ। ਵੁੱਡ ਹੈਵ ਤਾਂ ਲੱਗਣਾ ਹੀ ਲੱਗਣਾ ਸੀਗਾ, ਨਾਲ ਰੀਚ ਤੇ ਲੱਗ ਗਿਆ। ਰੀਚਡ ਕੀ ਹੈ ਇੱਥੇ, ਵਰਬ ਦੀ ਥਰਡ ਫਾਰਮ ਆ ਗਈ। ਓਕੇ, ਨੋਟ ਦਾ ਵਰਬ ਇਨ ਦਾ ਪਾਸਟ ਪਰਫੈਕਟ, ਵੀ ਡੂ ਨਾਟ ਯੂਜ਼ ਵੁੱਡ ਇਨ ਦਾ ਇਫ ਕਲੌਜ਼। ਅਸੀਂ ਇਫ ਕਲੌਜ਼ ਦੇ ਵਿੱਚ ਵੈਸੇ ਵੁੱਡ ਨਹੀਂ ਯੂਜ਼ ਕਰਦੇ। ਸਿੰਪਲ ਸੈਂਟੈਂਸ ਦੇ ਵਿੱਚ, ਸਿੰਪਲ ਸੈਂਟੈਂਸ ਦੇ ਵਿੱਚ ਅਸੀਂ ਵੁੱਡ ਨਹੀਂ ਯੂਜ਼ ਕਰਦੇਗੇ ਆਪਾਂ। ਦਾ ਮੇਨ ਕਲੌਜ਼ ਆਫਨ ਹੈਜ਼ ਵੁੱਡ ਕਲੌਜ਼, ਤੇ ਮੇਨ ਕਲੌਜ਼ ਦੇ ਵਿੱਚ ਅਕਸਰ ਹੀ ਵੁੱਡ ਹੈਵ ਹੁੰਦੀ ਹੈਗੀ, ਪਰ ਇਹਦੀ ਜਗ੍ਹਾ ਦੇ ਉੱਪਰ ਅਸੀਂ ਕੁਡ ਹੈਵ, ਮਾਈਟ ਹੈਵ ਵੀ ਲਗਾ ਸਕਦੇ ਹਾਂ। ਮੇਨ ਕਲੌਜ਼ ਦੇ ਵਿੱਚ ਅਸੀਂ, ਮੇਨ ਕਲੌਜ਼ ਦੇ ਵਿੱਚ ਜੇ ਲੋੜ ਪਵੇ ਤਾਂ ਅਸੀਂ ਉੱਥੇ ਕੁਡ ਹੈਵ ਵੀ ਲਗਾ ਸਕਦੇ ਹਾਂ ਤੇ ਮਾਈਟ ਹੈਵ ਵੀ ਲਗਾ ਸਕਦੇ ਹਾਂਗੇ। ਓਕੇ, ਜਿਵੇਂ ਇਫ ਆਈ ਹੈਡ ਮਾਈ ਮੋਬਾਈਲ ਜਸਟਰਡੇ, ਆਈ ਕੁਡ ਹੈਵ ਕੰਟੈਕਟਡ ਯੂ, ਮੇਰੇ ਕੋਲੇ ਮੇਰਾ ਫੋਨ ਹੁੰਦਾ ਕੱਲ ਤਾਂ ਮੈਂ ਤੁਹਾਨੂੰ ਫੋਨ ਕਰਦਾ, ਤੁਹਾਡੇ ਨਾਲ ਕੰਟੈਕਟ ਕਰ ਲੈਂਦਾ। ਉਸ ਤੋਂ ਬਾਅਦ ਟਾਈਪ 3 ਹੈ ਕੰਡੀਸ਼ਨਲ, ਟੂ ਟਾਕ ਅਬਾਊਟ ਥਿੰਗਸ ਇਨ ਦਾ ਪਾਸਟ ਹੈਪਨਿੰਗ ਡਿਫਰੈਂਟਲੀ ਫਰੋਮ ਦਾ ਵੇ ਦੇ ਰੀਅਲੀ ਹੈਪਨਡ। ਸੋ ਬਹੁਤ ਇੰਪੋਰਟੈਂਟ ਗੱਲ ਹੈਗੀ ਇਹ ਚੀਜ਼। ਅਸੀਂ ਇਹ ਟਾਈਪ ਕਦੋਂ ਲਗਾਉਣੇ ਹੁੰਦੇ ਆ, ਇਹ ਟਾਈਪ ਅਸੀਂ ਉਦੋਂ ਲਗਾਉਣੇ ਨੇ ਕਿ ਜੋ ਚੀਜ਼ਾਂ ਪਾਸਟ ਵਿੱਚ ਹੋ ਰਹੀਆਂ ਨੇਗੀਆਂ ਉਹ ਬਿਲਕੁਲ ਉਸ ਤੋਂ ਅਲੱਗ ਨੇਗੀਆਂ ਜਿਵੇਂ ਹੋਈਆਂ ਨੇਗੀਆਂ ਜਾਂ ਵਾਪਰੀਆਂ ਨੇ। ਮੈਂ ਦੁਬਾਰਾ ਫੇਰ ਦੱਸ ਰਿਹਾ ਕੀ ਹੁੰਦਾ ਹੈਗਾ। ਟਾਈਪ 3 ਜਿਹੜੀ ਕੰਡੀਸ਼ਨਲ ਨੇਗੇ, ਟੂ ਟਾਕ ਅਬਾਊਟ ਥਿੰਗਸ ਇਨ ਦਾ ਪਾਸਟ ਹੈਪਨਿੰਗ ਡਿਫਰੈਂਟਲੀ ਫਰੋਮ ਦਾ ਵੇ ਦੇ ਰੀਅਲੀ ਹੈਪਨ, ਕਿ ਜਦੋਂ ਅਸੀਂ ਗੱਲ ਕਰਦੇ ਹਾਂ ਜੋ ਚੀਜ਼ਾਂ ਪਾਸਟ ਵਿੱਚ ਹੋਈਆਂ ਨੇ, ਜਿਸ ਢੰਗ ਨਾਲ ਹੋਈਆਂ ਨੇਗੀਆਂ ਉਸ ਤੋਂ ਅਲੱਗ ਹੋਣੀਆਂ ਚਾਹੀਦੀਆਂ। ਜਦੋਂ ਸਾਡੇ ਮਨ ਦੇ ਵਿੱਚ ਇਹ ਹੋਵੇ ਜਾਂ ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਜਿਵੇਂ ਹੋਈਆਂ ਉਵੇਂ ਨਹੀਂ ਹੋਣੀਆਂ ਚਾਹੀਦੀਆਂ ਸੀ, ਕਿਸੇ ਹੋਰ ਵੇ ਨਾਲ ਹੋਣੀਆਂ ਚਾਹੀਦੀਆਂ ਸੀ, ਫਿਰ ਅਸੀਂ ਟਾਈਪ 3 ਯੂਜ਼ ਕਰਦੇ ਆਂਗੇ। ਜਿਵੇਂ ਇਫ ਯੂ ਹੈਡ ਬੀਨ ਅ ਬਿਟ ਮੋਰ ਕੇਅਰਫੁਲ, ਜੇ ਥੋੜਾ ਮੋਟਾ ਵੀ ਕੇਅਰਫੁਲ ਹੁੰਦਾ ਨਾ, ਯੂ ਵੁਡਨਟ ਹੈਵ ਕੱਟ ਯੂਅਰਸੈਲਫ, ਤਾਂ ਤੂੰ ਆਪਣੇ ਆਪ ਦੇ ਕੱਟ ਨਾ ਮਰਵਾਉਂਦਾ। ਇਹਦਾ ਮਤਲਬ ਕੀ ਹੈ, ਕੇਅਰਫੁਲ। ਹੁਣ ਹੋਇਆ ਕੀ ਆ ਕਿ ਉਹਨੇ ਕੱਟ ਮਰਵਾਇਆ, ਹੋਣਾ ਕੀ ਚਾਹੀਦਾ ਸੀ, ਉਹਨੂੰ ਕੇਅਰਫੁਲ ਹੋਣਾ ਚਾਹੀਦਾ ਸੀਗਾ। ਜਾਂ ਕਹ ਲਓ ਵੀ ਹੋਇਆ ਕਿ ਉਹ ਕੇਅਰਫੁਲ ਨਹੀਂ ਰਿਹਾ ਜਿਹਦੇ ਕਿ ਕੱਟ ਵੱਜਿਆ, ਤੇ ਹੋਣਾ ਕੀ ਚਾਹੀਦਾ ਸੀਗਾ ਕਿ ਉਹਨੂੰ ਕੇਅਰਫੁਲ ਰਹਿਣਾ ਚਾਹੀਦਾ। ਸੋ ਅਸੀਂ ਟਾਈਪ 3 ਕੰਡੀਸ਼ਨਲ ਉਦੋਂ ਯੂਜ਼ ਕਰਦੇ ਹੁੰਦੇ ਹੈਗੇ ਕਿ ਪਾਸਟ ਵਿੱਚ ਜੋ ਕੁਝ ਹੋਇਆ ਪਰ ਉਹ ਉਵੇਂ ਨਹੀਂ, ਕਿਸੇ ਹੋਰ ਢੰਗ ਨਾਲ ਹੋਣਾ ਚਾਹੀਦਾ ਸੀ। ਜਦੋਂ ਅਸੀਂ ਅਜਿਹੀਆਂ ਗੱਲਾਂ ਦੀ ਗੱਲ ਕਰਦੇ ਆਂਗੇ ਜਾਂ ਲਿਖਦੇ ਆਂਗੇ ਜਾਂ ਬੋਲਦੇ ਆਂਗੇ ਉਦੋਂ ਅਸੀਂ ਕੰਡੀਸ਼ਨਲ 3 ਯੂਜ਼ ਕਰਦੇ ਹੁੰਦੇ ਆਂਗੇ। ਤੇ ਉਸ ਤੋਂ ਬਾਅਦ ਕੀ ਹੈ, ਇਹਦਾ ਮਤਲਬ ਇਹ ਹੈਗਾ ਕਿ ਜਦੋਂ ਅਸੀਂ ਰਿਗਰੈਟ ਕਰਨਾ ਹੋਵੇ, ਪਛਤਾ ਰਹੇ ਹੁੰਦੇ ਹੈਗੇ ਜਾਂ ਅਸੀਂ ਪਛਤਾਵਾ ਕਰਨਾ ਹੁੰਦਾ ਹੈਗਾ, ਉਦੋਂ ਅਸੀਂ ਕੰਡੀਸ਼ਨਲ 3 ਯੂਜ਼ ਕਰਦੇ ਹਾਂ। ਜਿਵੇਂ ਇਫ ਆਈ ਹੈਡਨਟ ਫਾਲਨ ਇਲ ਐਂਡ ਮਿਸ ਦਾ ਇੰਟਰਵਿਊ ਆਈ ਮਾਈਟ ਹੈਵ ਗੌਟ ਦਾ ਜੌਬ।
ਜੇ ਕਿਤੇ ਮੈਂ ਬਿਮਾਰ ਨਾ ਹੁੰਦਾ, ਇੰਟਰਵਿਊ ਮਿਸ ਨਾ ਕਰਦਾ, ਤਾਂ ਮੈਨੂੰ ਜੌਬ ਪੱਕਾ ਮਿਲ ਜਾ। ਹੁਣ ਪਛਤਾਵਾ ਹੋ ਰਿਹਾ ਵੀ ਮੈਂ ਕਿਉਂ ਬਿਮਾਰ ਹੋਇਆ ਤੇ ਮੈਂ ਆਪਣੀ ਜਿਹੜੀ ਇੰਟਰਵਿਊ ਹੈ ਕਿਉਂ ਮਿਸ ਕੀਤੀ ਮੈਂ। ਓਕੇ, ਉਸ ਤੋਂ ਬਾਅਦ ਹੈ ਟਾਈਪ 2 ਤੇ ਟਾਈਪ 3, ਜਿਹੜੀ ਕਿ ਦੋਨੋਂ ਹੀ ਪਾਸਟ ਵਿੱਚ ਨੇ ਹੁੰਦੇ ਨੇਗੇ, ਪਾਸ ਨਾਲ ਰਿਲੇਟਡ ਨੇਗੇ, ਪਰ ਇਹਨਾਂ ਦੇ ਵਿੱਚ ਕੀ ਡਿਫਰੈਂਸ ਹੈ, ਕਿਵੇਂ ਯੂਜ਼ ਕਰਦੇ। ਇੱਕ ਆਪਾਂ ਸੈਂਟੈਂਸ ਕਰ ਲੈਂਦੇ ਹਾਂ, ਜਿਵੇਂ ਇਫ ਯੂ ਪਲੈਨਡ ਥਿੰਗਸ ਪ੍ਰੋਪਰਲੀ। ਹੁਣ ਪਲਾਨ ਮਤਲਬ ਕਿ ਵਰਬ ਦੀ ਸੈਕੰਡ ਫਾਰਮ ਲੱਗੀ ਹੋਈ ਹੈਗੀ, ਕੰਡੀਸ਼ਨਲ 2 ਹੈਗੀ ਇਫ ਯੂ ਪਲਾਨ ਥਿੰਗਸ ਪ੍ਰੋਪਰਲੀ ਯੂ ਵੁਡਨਟ ਗੈਟ ਇਨਟੂ ਅ ਮੈਸ। ਜੇ ਤੂੰ ਪਲਾਨ ਪ੍ਰੋਪਰਲੀ ਕੀਤਾ ਹੁੰਦਾ ਤਾਂ ਤੇਰਾ ਗਾਹ ਜਾਣਾ ਪੈਂਦਾ ਇਹ। ਇਹਦਾ ਮਤਲਬ ਕੀ ਆ, ਯੂ ਡੋਂਟ ਪਲਾਨ, ਵੀ ਤੁਸੀਂ ਪਲਾਨ ਨਹੀਂ ਕੀਤਾ। ਇਫ ਯੂ ਹੈਡ ਪਲਾਨ ਥਿੰਗਸ ਪ੍ਰੋਪਰਲੀ ਯੂ ਵੁਡਨਟ ਹੈਵ ਗॉट ਇਨਟੂ ਅ ਮੈਸ। ਜੇ ਤੂੰ ਵੀ ਜਿਹੜਾ ਪਲਾਨ ਹੈ ਪ੍ਰੋਪਰਲੀ ਕੀਤਾ ਹੁੰਦਾ ਤਾਂ ਤੇਰਾ ਗਾਹ ਨਾ ਪੈਂਦਾ। ਮਤਲਬ ਕਿ ਯੂ ਡਿਡਨਟ ਪਲਾਨ ਦਾ ਮਤਲਬ ਕਿ ਤੂੰ ਪਲਾਨ ਕੀਤਾ ਨਹੀਂਗਾ। ਹੁਣ ਥਰਡ ਟਾਈਪ ਉਦੋਂ ਯੂਜ਼ ਹੁੰਦੀ ਹੈਗੀ ਜਦੋਂ ਅਸੀਂ ਕਹਿ ਰਹੇ ਵੀ ਜੋ ਚੀਜ਼ ਅਸੀਂ ਕੀਤੀ ਜਾਂ ਜੋ ਚੀਜ਼ ਹੋਈ ਉਵੇਂ ਨਹੀਂ ਹੋਣੀ ਚਾਹੀਦੀ, ਕਿਸੇ ਹੋਰ ਢੰਗ ਨਾਲ ਹੋਣੀ ਚਾਹੀਦੀ। ਮਤਲਬ ਕੀ ਆ, ਹੁਣ ਇੱਥੇ ਆਹ ਸੈਂਟੈਂਸ ਕਹਿੰਦਾ ਮਤਲਬ ਕੀ ਆ ਵੀ ਪਲਾਨ ਕਰਨਾ ਚਾਹੀਦਾ ਸੀ ਪਰ ਪਲਾਨ ਕੀਤਾ ਨਹੀਂ। ਤੇ ਉੱਪਰਲੇ ਸੈਂਟੈਂਸ ਦਾ ਮਤਲਬ ਕੀ ਹੈ ਟਾਈਪ 2 ਦਾ, ਕਿ ਤੁਸੀਂ ਪਲਾਨ ਕਰਦੇ ਹੀ ਨਹੀਂਗੇ। ਠੀਕ ਹੈ, ਇਹ ਤਾਂ ਪ੍ਰੈਜ਼ੈਂਟ ਦੀ ਗੱਲ ਹੈ ਕਿ ਪਲਾਨ ਕਰਦੇ ਨੇ, ਪਹਿਲਾਂ ਵੀ ਨਹੀਂ ਕੀਤਾ, ਹੁਣ ਵੀ ਨਹੀਂ ਕੀਤਾ ਹੈਗਾ, ਅੱਗੇ ਕਰੋਗੇ ਵੀ ਨਹੀਂ। ਸੋ ਪਰ ਜਿਹੜਾ ਥਰਡ ਟਾਈਪ ਉਹ ਕਹਿੰਦਾ ਵੀ ਕਰਦੇ ਹੀ ਨਹੀਂ, ਕੀਤਾ ਹੀ ਨਹੀਂਗਾ। ਉਸ ਤੋਂ ਬਾਅਦ ਕੀ ਹੈ, ਅਸੀਂ ਇਹਨਾਂ ਦੋਨਾਂ ਟਾਈਪਸ ਨੂੰ ਮਿਕਸ ਵੀ ਕਰ ਸਕਦੇ ਹਾਂ ਜੇ ਲੋੜ ਪਵੇ ਤਾਂ। if you had planned things at the start we wouldn't be in this mess। ਨਾ ਹੁਣ ਤੁਸੀਂ ਦੇਖੋ ਵੀ ਇੱਧਰ ਤਾਂ ਲੱਗਿਆ ਹੋਇਆ had planned ਟਾਈਪ 3 ਵਾਲੀ ਲੱਗੀ ਹੋਈ ਹੈ ਕੰਡੀਸ਼ਨਲ, ਪਰ ਇੱਧਰਲੇ ਪਾਸੇ wouldn't ਲੱਗਿਆ ਹੋਇਆ ਜਿਹੜਾ ਕਿ ਟਾਈਪ 2 ਦੇ ਵਿੱਚ ਲੱਗਦਾ, ਮਿਕਸ ਹੋ ਗਿਆ। ਉਵੇਂ ਹੀ if Matthew was more sensible, ਇੱਥੇ ਹੁਣ was ਕੀ ਹੈ, ਇੱਥੇ verb ਦੀ ਸੈਕੰਡ ਫਾਰਮ ਆ ਗਈ ਇਹ was were, ਜਿਵੇਂ be was been ਹੁੰਦਾ ਹੈਗਾ, be was been ਸੈਕੰਡ ਫਾਰਮ ਆਫ was ਦੀ ਪਾਸ ਸਿੰਪਲ ਹੈਗਾ। he would have won, ਪਰ ਜਿਹੜੀ ਇਹ ਹੈਗੀ would have won ਇਹ ਟਾਈਪ 3 ਦੇ ਵਿੱਚ ਲੱਗਦੀ ਹੁੰਦੀ ਹੈਗੀ। ਸੋ ਇੱਥੇ ਦੋਨਾਂ ਟਾਈਪਸ ਨੂੰ, ਟਾਈਪ 1 ਤੇ ਟਾਈਪ 2 ਨੂੰ ਕੀ ਕੀਤਾ ਹੋਇਆ, ਮਿਕਸ ਕੀਤਾ ਹੋਇਆ। ਸੋ ਇਹ ਸੀਗੇ ਰੂਲਸ ਤਿੰਨੋਂ ਕੰਡੀਸ਼ਨਾਂ ਤੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਕੰਡੀਸ਼ਨਲ। ਅਕਸਰ ਹੀ ਹੁੰਦਾ ਕੰਡੀਸ਼ਨਲ ਮਤਲਬ ਹਾਂਜੀ ਪਤਾ ਲੱਗ ਕੰਡੀਸ਼ਨ, ਜੇ ਐਂ ਕਰੋਗੇ ਤਾਂ ਉਵੇਂ ਹੋਵੇਗਾ, ਜੇ ਨਹੀਂ ਕਰੋਗੇ ਤਾਂ ਐਂ ਨਹੀਂ ਹੋਣਾਗਾ। ਤੇ ਇਹ ਚਾਹੇ ਤੁਸੀਂ ਕੰਪੀਟੀਟਿਵ ਐਗਜ਼ਾਮ ਦੇ ਸਟੂਡੈਂਟ ਹੋਗੇ, ਚਾਹੇ ਤੁਸੀਂ ETT ਦੇ ਪੇਪਰ 2 ਦੀ ਤਿਆਰੀ ਕਰ ਰਹੇ ਹੋਗੇ, ਚਾਹੇ ਤੁਸੀਂ ਸਿਲੇਬਸ ਹੀ ਕੰਪਲੀਟ ਕਰ ਰਹੇ ਹੋ, ਜਾਂ ਤੁਹਾਨੂੰ ਸ਼ੌਂਕ ਹੈ ਗ੍ਰਾਮਰ ਦਾ, ਤੁਹਾਨੂੰ ਇਹ ਕੰਡੀਸ਼ਨਲਸ ਕਰਨੇ ਹੀ ਪੈਣਗੇ। ਹੁਣ ਇਹਨਾਂ ਕੰਡੀਸ਼ਨਲ ਨੂੰ ਦੇਖਣ ਵਾਸਤੇ ਕਿ ਤੁਹਾਨੂੰ ਸਮਝ ਆ ਗਿਆ ਜਾਂ ਨਹੀਂ ਆ ਗਿਆ, ਤੁਹਾਡੇ ਲਈ ਇੱਕ ਟੈਸਟ ਛੋਟਾ ਜਿਹਾ ਪਾਇਆ ਹੋਇਆ ਹੈਗਾ। ਇਹਨਾਂ ਨੂੰ ਤੁਸੀਂ ਟੈਸਟ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ। ਟੈਸਟ ਵਿੱਚ ਦੇਖੋ ਪਹਿਲਾਂ ਕੀ ਹੈ, ਕਮੈਂਟ ਔਨ ਦਾ ਸਿਚੁਏਸ਼ਨ, ਯੂਜ਼ ਅ ਟਾਈਪ ਆਫ ਕੰਡੀਸ਼ਨਲ ਅਕੋਰਡਿੰਗ ਟੂ ਅ ਸੈਂਟੈਂਸ। ਤੁਹਾਨੂੰ ਹੁਣ ਸੈਂਟੈਂਸ ਦੇ ਅਕੋਰਡਿੰਗ ਵੇਖਣਾ ਪਏਗਾ ਕਿ ਇੱਥੇ ਕਿਹੜਾ ਕੰਡੀਸ਼ਨਲ ਲੱਗੂ, ਕੰਡੀਸ਼ਨਲ ਦੀ ਟਾਈਪ 1 ਲੱਗੂ, 2 ਲੱਗੂ ਜਾਂ 3 ਲੱਗੂਗੀ। ਤੇ ਉਵੇਂ ਕੁਐਸਚਨ 2 ਹੈ, ਉਹਦੇ 'ਚ ਕੀ ਕਰਨਾ ਹੈਗਾ, ਵਾਟ ਡਜ਼ ਇਫ ਕਲੌਜ਼ ਮੀਨ ਹੇਅਰ। ਇੱਥੇ ਇਫ ਕਲੌਜ਼ ਦਾ ਮਤਲਬ ਦੱਸਣਾ ਹੈਗਾ ਸਿੰਪਲ ਦੇ ਵਿੱਚ, ਤੇ ਤੁਸੀਂ ਦੱਸਣਾ ਹੈਗਾ ਰਾਈਟ ਅ ਸੈਂਟੈਂਸ, ਜੋ ਤੁਹਾਨੂੰ ਮੀਨਿੰਗ ਲੱਗਦਾ ਉਹਨੂੰ ਇਜ਼ ਨਾਟ ਜਾਂ ਮਾਈਟ ਦੇ ਨਾਲ ਆਨਸਰ ਦੇਣਾ। ਤੁਸੀਂ ਕੋਸ਼ਿਸ਼ ਕਰਨਾ, ਦਿਮਾਗ ਲੱਗੂਗਾ ਬਟ ਈਜ਼ੀ ਹੈਗਾ। ਜੇ ਨਹੀਂ ਤੁਹਾਨੂੰ ਪਤਾ ਲੱਗ ਰਿਹਾ ਵੀ ਆਨਸਰ ਕਿਵੇਂ ਦੇਣੇ ਆ, ਇੱਕ ਵਾਰੀ ਫੇਰ ਰਿਪੀਟ ਦੇ ਉੱਪਰ ਇਹੀ ਸੇਮ ਵੀਡੀਓ ਵੇਖ ਲਿਓ। ਉਸ ਤੋਂ ਬਾਅਦ ਹੈ ਟਾਈਪ 3, ਕਮੈਂਟ ਔਨ ਏ ਸਿਚੁਏਸ਼ਨ ਯੂਜ਼ਿੰਗ ਅ ਥਰਡ ਕੰਡੀਸ਼ਨਲ। ਇਹਦੇ ਵਿੱਚ ਥਰਡ ਕੰਡੀਸ਼ਨਲ ਨਾਲ ਰਿਲੇਟਡ ਹੀ ਸੈਂਟੈਂਸਸ ਬਣਾਉਣੇ ਨੇਗੇ। ਤਾਂ ਹੁਣ ਤੁਹਾਡੇ ਕੋਲ 2 ਸੈਂਟੈਂਸ ਨੇਗੇ। ਫਿਰ ਵੀ ਜੇ ਤੁਹਾਨੂੰ ਕਿਸੇ ਵੀ ਕੁਐਸਚਨ ਨਾਲ ਰਿਲੇਟਡ, ਕਿਸੇ ਵੀ ਪੁਆਇੰਟ ਨਾਲ ਰਿਲੇਟਡ ਕਿਸੇ ਵੀ ਤਰ੍ਹਾਂ ਦੀ ਡਾਊਟ ਹੈਗਾ ਤਾਂ ਤੁਸੀਂ ਬਿਨਾਂ ਕਿਸੇ ਹੈਜੀਟੇਸ਼ਨ ਦੇ ਮੈਨੂੰ ਕੁਐਸਚਨ ਕਰ ਲਿਓ, ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਤੁਸੀਂ ਮੇਰੇ ਤੋਂ। ਤੇ ਹਾਂਜੀ, ਇਹ ਵੀਡੀਓਜ਼ ਨੂੰ ਸ਼ੇਅਰ ਕਰਦੇ ਰਿਹਾ ਕਰੋ, ਤੇ ਸਬਸਕ੍ਰਾਈਬ ਜਿਨ੍ਹਾਂ ਨੇ ਕੀਤਾ ਉਹ ਅੱਗੇ ਵੀ ਸ਼ੇਅਰ ਕਰੋ, ਤੇ ਉਹਨਾਂ ਨੂੰ ਸਬਸਕ੍ਰਾਈਬ ਕਰਨ ਵਾਸਤੇ ਕਹੋ ਜੀ, ਕਿਉਂਕਿ ਇਹੀ ਮੈਂ ਤੁਹਾਡੇ ਤੋਂ ਐਕਸਪੈਕਟ ਕਰਦਾਗਾ, ਸਿਰਫ ਇਹੀ ਐਕਸਪੈਕਟ ਕਰਦਾ। ਤੇ ਤੁਸੀਂ ਮੇਰੇ ਤੋਂ ਕਿੰਨਾ ਮਰਜ਼ੀ ਐਕਸਪੈਕਟ ਕਰ ਸਕਦੇ ਹੋ। ਜੋ ਤੁਹਾਨੂੰ ਪ੍ਰੋਬਲਮਸ ਨੇਗੇ, ਜੋ ਤੁਸੀਂ ਗ੍ਰਾਮਰ ਦੀਆਂ ਐਕਸਰਸਾਈਜ਼ ਕਰਨਾ ਚਾਹੁੰਦੇ ਹੋ, ਗ੍ਰਾਮਰ ਦੇ ਟੌਪਿਕ ਕਰਨਾ ਚਾਹੁੰਦੇ, ਮੈਨੂੰ ਸਿਰਫ ਮੈਸੇਜ ਕਰਦਿਆ ਕਰੋ ਵੀ ਸਾਨੂੰ ਇਹਦੇ 'ਚ ਪ੍ਰੋਬਲਮ ਹੈ, ਸਾਨੂੰ ਇਹਦੇ ਨਾਲ ਡਿਸਕਸ, ਸਾਰੇ ਨਾਲ ਇਹ ਟੌਪਿਕ ਡਿਸਕਸ ਕਰ ਲਓ। ਮੈਂ ਤੁਹਾਡੇ ਨਾਲ ਬਿਲਕੁਲ ਉਹ ਡਿਸਕਸ ਕਰੂੰਗਾ। ਹਾਂਜੀ, ਹੋ ਸਕਦਾ 1 ਜਾਂ 2 ਦਿਨ ਲੱਗ ਜਾਣ, ਬਟ ਹਾਂ ਉਹ ਵੀਡੀਓ ਨੂੰ ਆਪਾਂ ਜਾਂ ਉਸ ਟੌਪਿਕ ਨੂੰ ਵੀਡੀਓ ਦੇ ਜ਼ਰੀਏ ਤੁਹਾਡੇ ਨਾਲ ਡਿਸਕਸ ਜ਼ਰੂਰ ਕਰਾਂਗੇ। ਬਸ ਮੇਰਾ ਕੰਮ ਇਹੀ ਹੈਗਾ, ਮੇਰੇ ਵੱਲੋਂ ਹੀ ਐਕਸਪੈਕਟੇਸ਼ਨ ਹੈ ਤੁਹਾਡੀ ਕਿ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਦੇ ਰਿਹਾ ਕਰੋ। ਥੈਂਕ ਯੂ ਸੋ ਮਚ।